ਅੱਜ ਆਓ ਅਸੀਂ ਸਵਰਗ ਦੀ ਭਾਸ਼ਾ ਅਤੇ ਨਰਕ ਦੀ ਭਾਸ਼ਾ ਇਸ ਉਪਦੇਸ਼ ਲੇਖ ਨਾਲ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰੀਏ। ਹੁਣ ਕਿਉਂਕਿ ਸਵਰਗ ਦਾ ਰਾਜ ਨੇੜੇ ਹੈ, ਇਸ ਲਈ ਸਾਨੂੰ ਹਮੇਸ਼ਾ ਸਵਰਗ ਦੀ ਭਾਸ਼ਾ ਬੋਲਣੀ ਚਾਹੀਦੀ ਹੈ। ਸਾਨੂੰ ਦਿੱਤੇ ਗਏ ਪਰਮੇਸ਼ਵਰ ਦੇ ਵਚਨਾਂ ਵਿੱਚ ਸ਼ਬਦਾਂ ਬਾਰੇ ਕਈ ਸਿੱਖਿਆਵਾਂ ਹਨ। ਸਾਰੇ ਲੋਕੋ, ਸ਼ਬਦਾਂ ਤੇ ਬਹੁਤ ਸਾਰੀਆਂ ਕਹਾਵਤਾਂ ਹਨ। ਸ਼ਬਦ ਬੀਜ ਹੈ। ਜਦੋਂ ਤੁਸੀਂ ਬੀਜ ਬੀਜਦੇ ਹੋ ਤਦ ਕੀ ਹੁੰਦਾ ਹੈ? ਕੀ ਬੀਜ ਬੀਜਣ ਦਾ ਉਦੇਸ਼ ਫਸਲ ਪੈਦਾ ਕਰਨਾ ਨਹੀਂ ਹੈ? ਸ਼ਬਦਾਂ ਨਾਲ ਵੀ ਅਜਿਹਾ ਹੀ ਹੈ। ਇੱਥੋਂ ਤੱਕ ਕਿ ਜੋ ਸ਼ਬਦ ਅਸੀਂ ਲਾਪਰਵਾਹੀ ਨਾਲ ਬੋਲਦੇ ਹਾਂ, ਉਹ ਕਦੀ ਮਿਟਦੇ ਨਹੀਂ, ਉਹਨਾਂ ਨੂੰ ਬੀਜਾਂ ਵਾਂਗ ਬੀਜਿਆ ਜਾ ਰਿਹਾ ਹੈ। ਸਾਡੇ ਪੁਰਖੇ ਜੋ ਸਾਡੇ ਤੋਂ ਪਹਿਲਾਂ ਆਏ ਸੀ, ਉਹਨਾਂ ਨੇ ਸ਼ਬਦ ਬੀਜ ਹੈ ਕਹਿੰਦੇ ਹੋਏ ਸ਼ਬਦਾਂ ਦੇ ਪ੍ਰਭਾਵ ਨੂੰ ਪ੍ਰਗਟ ਕੀਤਾ। ਇਸ ਲਈ ਸਾਨੂੰ ਚਾਹੀਦਾ ਹੈ ਅਸੀਂ ਹਮੇਸ਼ਾ ਸਵਰਗ ਦੀ ਭਾਸ਼ਾ ਬੋਲੀਏ। ਦੂਸਰੇ ਸ਼ਬਦਾਂ ਵਿੱਚ ਸਵਰਗ ਦੀ ਭਾਸ਼ਾ ਨੂੰ ਉਦੋਂ ਤੱਕ ਪ੍ਰਗਟ ਕੀਤਾ ਜਾਂਦਾ ਹੈ ਜਦੋਂ ਤੱਕ ਸਾਡੇ ਵਿਚਾਰਾਂ ਵਿੱਚ ਹਮੇਸ਼ਾ ਪਰਮੇਸ਼ਵਰ ਹੁੰਦੇ ਹਨ, ਅਤੇ ਜਦੋਂ ਅਸੀਂ ਵਾਅਦੇ ਦੀ ਉਸ ਦੁਨੀਆ ਬਾਰੇ ਗੱਲ ਕਰਦੇ ਹਾਂ ਜਿਸ ਨੂੰ ਪਰਮੇਸ਼ਵਰ ਨੇ ਸਾਡੇ ਉੱਤੇ ਪ੍ਰਗਟ ਕੀਤਾ ਹੈ। ਸਵਰਗੀ ਭਾਸ਼ਾ ਬੋਲਣ ਵਾਲੇ ਬੁੜਬੁੜਾਉਂਦੇ ਨਹੀਂ, ਉਹਨਾਂ ਵੱਲੋਂ ਕੋਈ ਸ਼ਿਕਾਇਤ ਨਹੀਂ। ਇਸ ਦੇ ਬਦਲੇ ਉਹਨਾਂ ਦੇ ਸ਼ਬਦ ਹਮੇਸ਼ਾ ਸ਼ੁਕਰਗੁਜ਼ਾਰੀ ਅਤੇ ਖੁਸ਼ੀ ਨਾਲ ਭਰੇ ਹੁੰਦੇ ਹਨ, ਅਤੇ ਉਹ ਪਰਮੇਸ਼ਵਰ ਨੂੰ ਦਿਲੋਂ ਪ੍ਰਾਰਥਨਾ ਕਰਦੇ ਹਨ। ਇਹੀ ਸਵਰਗੀ ਭਾਸ਼ਾ ਹੈ ਜਿਸ ਨੂੰ ਸਵਰਗੀ ਨਾਗਰਿਕਾਂ ਨੂੰ ਬੋਲਣਾ ਚਾਹੀਦਾ ਹੈ। ਫਿਰ ਅੱਜ ਇਸ ਪਲ ਤੋਂ ਅਸੀਂ ਜਦੋਂ ਵੀ ਬੋਲੀਏ, ਸਾਵਧਾਨੀ ਵਰਤਦੇ ਹੋਏ ਬੋਲੀਏ। ਇਹ ਮੇਰਾ ਸੰਦੇਸ਼ ਨਹੀਂ ਹੈ, ਮੈਂ ਸਿਰਫ ਪਰਮੇਸ਼ਵਰ ਦੇ ਵਚਨਾਂ ਨੂੰ ਵੰਡ ਰਿਹਾ ਹਾਂ ਜੋ ਉਹਨਾਂ ਨੇ ਸਾਨੂੰ ਸਵਰਗੀ ਲੋਕਾਂ ਨੂੰ ਦਿੱਤੇ ਹਨ। ਆਓ ਅਸੀਂ ਅਜਿਹੇ ਸ਼ਬਦ ਕਦੀ ਨਾ ਬੋਲੀਏ ਜੋ ਨਿਰਾਸ਼ਾ, ਉਤਸ਼ਾਹ ਤੋਂ ਬਿਨਾਂ ਜਾਂ ਸ਼ਿਕਾਇਤਾਂ ਨਾਲ ਭਰੇ ਹਨ। ਪਰਮੇਸ਼ਵਰ ਆਦਿ ਤੋਂ ਅੰਤ ਨੂੰ ਦੇਖਦੇ ਹਨ। ਕੀ ਕੋਈ ਅਜਿਹਾ ਹੈ ਜਿਸ ਦੀ ਜ਼ਿੰਦਗੀ ਵਿੱਚ ਘੱਟੋ ਘੱਟ ਇੱਕ ਜਾਂ ਦੋ ਮੁਸ਼ਕਲਾਂ ਨਾ ਹੋਣ? ਸਾਰਿਆਂ ਲੋਕਾਂ ਕੋਲ ਮੁਸ਼ਕਲਾਂ ਹਨ। ਭਾਵੇਂ ਕਿਸੇ ਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਉਹਨਾਂ ਨੇ ਕਿਸੇ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਅਨੁਭਵ ਨਹੀਂ ਕੀਤਾ, ਪਰ ਉਹਨਾਂ ਨੇ ਪੱਕਾ ਹੀ ਅਨੁਭਵ ਕੀਤਾ ਹੈ। ਫਿਰ ਜਦੋਂ ਅਸੀਂ ਮੁਸ਼ਕਲਾਂ ਤੋਂ ਗੁਜ਼ਰ ਰਹੇ ਹੁੰਦੇ ਹਾਂ ਤਾਂ ਸਾਨੂੰ ਕਿਸ ਤਰ੍ਹਾਂ ਦੇ ਸ਼ਬਦਾਂ ਦਾ ਉਪਯੋਗ ਕਰਨਾ ਚਾਹੀਦਾ ਹੈ, ਇਸ ਬਾਰੇ ਪਰਮੇਸ਼ਵਰ ਸਾਨੂੰ ਕੀ ਸਿਖਾਉਂਦੇ ਹਨ। ਅੱਜ ਬਾਈਬਲ ਦੀਆਂ ਸਿੱਖਿਆਵਾਂ ਦਾ ਅਧਿਐਨ ਕਰਦੇ ਹੋਏ ਮੇਰੀ ਪ੍ਰਾਰਥਨਾ ਹੈ ਕਿ ਅਸੀਂ ਰੁਕਾਵਟਾਂ ਨੂੰ ਰੁਕਾਵਟਾਂ ਦੇ ਰੂਪ 'ਚ ਜਾਂ ਮੁਸ਼ਕਲਾਂ ਨੂੰ ਮੁਸ਼ਕਲਾਂ ਦੇ ਰੂਪ 'ਚ ਨਹੀਂ ਮੰਨਾਂਗੇ। ਇਸ ਦੇ ਬਦਲੇ ਸਾਨੂੰ ਚਾਹੀਦਾ ਹੈ ਕਿ ਅਸੀਂ ਪਰਮੇਸ਼ਵਰ ਦੇ ਵਾਅਦੇ ਨੂੰ ਦੇਖਣ ਲਈ ਜੋ ਮੁਸ਼ਕਲਾਂ ਨਾਲ ਜਿੱਤਣ ਤੋਂ ਬਾਅਦ ਸਾਨੂੰ ਦਿੱਤੀ ਜਾਵੇਗੀ, ਵਿਆਪਕ ਆਤਮਿਕ ਨਜ਼ਰੀਆ ਰੱਖੀਏ। ਆਓ ਅਸੀਂ ਮੱਤੀ ਅਧਿਆਇ 12 ਵਚਨ 36 ਦੇਖੀਏ। ਪਰ ਮੈਂ ਤੁਹਾਨੂੰ ਆਖਦਾ, ਭਾਈ ਮਨੁੱਖ ਹਰੇਕ ਅਕਾਰਤ ਗੱਲ ਜੋ ਬੋਲਣ, ਨਿਆਂ ਦੇ ਦਿਨ ਕੀ ਹੋਵੇਗਾ, ਉਹਦਾ ਹਿਸਾਬ ਦੇਣਗੇ। ਇਸ ਲਈ ਜੋ ਤੂੰ ਆਪਣੀਆਂ ਗੱਲਾਂ ਤੋਂ ਧਰਮੀ ਅਤੇ ਆਪਣੀਆਂ ਗੱਲਾਂ ਤੋਂ ਦੋਸ਼ੀ ਠਹਿਰਾਇਆ ਜਾਵੇਗਾ। ਇਸ ਦਾ ਮਤਲਬ ਇਹ ਹੈ ਕਿ ਬੋਲਣ ਵਾਲਾ ਆਪਣੀ ਬੋਲੀ ਹੋਈ ਗੱਲ ਦਾ ਜ਼ਿੰਮੇਦਾਰ ਹੋਵੇਗਾ। ਸਾਨੂੰ ਨਹੀਂ ਪਤਾ ਭਵਿੱਖ ਵਿੱਚ ਕੀ ਹੋਵੇਗਾ, ਪਰ ਮਸੀਹ ਜਾਣਦੇ ਹਨ ਕਿ ਸਾਡੀਆਂ ਹੀ ਗੱਲਾਂ ਤੋਂ ਸਾਡਾ ਨਿਆਂ ਕੀਤਾ ਜਾਵੇਗਾ। ਉਹ ਬਾਈਬਲ ਵਿੱਚ ਇਸ ਮਾਮਲੇ ਨੂੰ ਲੈ ਕੇ ਸਾਨੂੰ ਵਿਸਤਾਰ ਨਾਲ ਚੇਤਾਵਨੀ ਦਿੰਦੇ ਹਨ। ਭਾਵੇਂ ਜਿਸ ਤਰ੍ਹਾਂ ਦੇ ਵੀ ਹਾਲਾਤ ਹੋਣ, ਸਾਨੂੰ ਅਜਿਹੇ ਸ਼ਬਦ ਬੋਲਣੇ ਨਹੀਂ ਚਾਹੀਦੇ ਜੋ ਪਰਮੇਸ਼ਵਰ ਦੀ ਬੋਲੀ ਹੋਈ ਗੱਲ ਦਾ ਇਨਕਾਰ ਕਰਦੇ ਹਨ। ਆਓ ਅਸੀਂ ਯਹੂਨਾ ਅਧਿਆਇ 12 ਵਚਨ 46 ਵੇਖੀਏ। ਮੈਂ ਜਗਤ ਵਿੱਚ ਚਾਨਣ ਹੋ ਕੇ ਆਇਆ ਹਾਂ ਤਾਂ ਜੋ ਹਰ ਕੋਈ ਜੋ ਮੇਰੇ ਉੱਤੇ ਨੇਚਾ ਕਰਦਾ ਹੈ ਸੋ ਹਨੇਰੇ ਵਿੱਚ ਨਾ ਰਹੇ। ਅਰ ਜੇ ਕੋਈ ਮੇਰੀਆਂ ਗੱਲਾਂ ਸੁਣੇ ਅਤੇ ਨਾ ਮੰਨੇ ਤਾਂ ਮੈਂ ਉਹਨੂੰ ਦੋਸ਼ੀ ਨਹੀਂ ਠਹਿਰਾਉਂਦਾ, ਕਿਉਂ ਜੋ ਮੈਂ ਜਗਤ ਨੂੰ ਦੋਸ਼ੀ ਠਹਿਰਾਉਣ ਨਹੀਂ, ਸਗੋਂ ਜਗਤ ਨੂੰ ਬਚਾਉਣ ਆਇਆ। ਜਿਹੜਾ ਮੈਨੂੰ ਰੱਦ ਕਰਦਾ ਹੈ ਅਤੇ ਮੇਰੀਆਂ ਗੱਲਾਂ ਨਹੀਂ ਕਬੂਲਦਾ, ਉਹਨੂੰ ਇੱਕ ਦੋਸ਼ੀ ਠਹਿਰਾਉਂਦਾ ਹੈ। ਜਿਹੜਾ ਬਚਨ ਮੈਂ ਕਿਹਾ ਉਹੀਓ ਅੰਤ ਦੇ ਦਿਨ ਉਸ ਨੂੰ ਕੀ ਠਹਿਰਾਵੇਗਾ? ਦੋਸ਼ੀ ਠਹਿਰਾਵੇਗਾ, ਕਿਉਂ ਜੋ ਮੈਂ ਆਪ ਤੋਂ ਨਹੀਂ ਬੋਲਿਆ, ਪਰ ਪਿਤਾ ਜਿਨ ਮੈਨੂੰ ਕੱਲਿਆ ਉਸੇ ਨੇ ਮੈਨੂੰ ਹੁਕਮ ਦਿੱਤਾ, ਭਾਈ ਮੈਂ ਕੀ ਬਚਨ ਕਰਾਂ ਅਤੇ ਕੀ ਬੋਲਾਂ। ਅਰ ਮੈਂ ਜਾਣਦਾ ਹਾਂ ਕਿ ਉਹਦਾ ਬਚਨ ਸਦੀਪਕ ਜਿਉਣ ਹੈ। ਇਸ ਕਾਰਨ ਜੋ ਮੈਂ ਕੁਝ ਬੋਲਦਾ ਹਾਂ ਸੋ ਜਿਵੇਂ ਪਿਤਾ ਨੇ ਮੈਨੂੰ ਆਖਿਆ ਹੈ ਤਿਵੇਂ ਬੋਲਦਾ ਹਾਂ।
2000 ਸਾਲ ਪਹਿਲਾਂ ਯੀਸ਼ੂ ਨੇ ਇਸ ਧਰਤੀ ਉੱਤੇ ਆ ਕੇ ਸਾਨੂੰ ਸ਼ਬਦਾਂ ਦੇ ਬਾਰੇ ਬਹੁਤ ਹੀ ਮਹੱਤਵਪੂਰਨ ਸਿੱਖਿਆ ਦਿੱਤੀ, ਜਿਨ੍ਹਾਂ ਦਾ ਅਸੀਂ ਉਪਯੋਗ ਕਰਦੇ ਹਾਂ। ਉਹਨਾਂ ਨੇ ਕਿਹਾ, ਮੇਰੀਆਂ ਗੱਲਾਂ ਦਾ ਉਲੰਘਣ ਕਰਨ ਵਾਲਿਆਂ ਨੂੰ ਨਿਆਂ ਦੇ ਦਿਨ ਨਤੀਜਾ ਭੁਗਤਣਾ ਪਵੇਗਾ। ਖੁਸ਼ਖਬਰੀ ਦਾ ਕੰਮ ਕਰਨ ਵੇਲੇ ਜਿਨ੍ਹਾਂ ਸ਼ਬਦਾਂ ਦਾ ਅਸੀਂ ਇਸਤੇਮਾਲ ਕਰਦੇ ਹਾਂ ਉਹ ਬਹੁਤ ਜ਼ਰੂਰੀ ਹਨ। ਜੋ ਗੱਲਾਂ ਮਨੁੱਖ ਕਹਿੰਦੇ ਹਨ ਉਹ ਜ਼ਰੂਰੀ ਹਨ, ਪਰ ਕੀ ਪਰਮੇਸ਼ਵਰ ਦਾ ਵਚਨ ਹੋਰ ਜ਼ਿਆਦਾ ਜ਼ਰੂਰੀ ਨਹੀਂ ਹੈ? ਭਾਵੇਂ ਪਰਮੇਸ਼ਵਰ ਦੇ ਵਚਨ ਸਾਨੂੰ ਲਿਖਿਤ ਰੂਪ 'ਚ ਦਿੱਤੇ ਜਾਂਦੇ ਹੋਣ ਜਾਂ ਫਿਰ ਉਹ ਵੈਸੇ ਹੀ ਕਹੇ ਜਾਂਦੇ ਹੋਣ, ਸਾਨੂੰ ਉਹਨਾਂ ਦੇ ਕਿਸੇ ਵੀ ਵਚਨ ਨੂੰ ਕਦੀ ਵੀ ਹਲਕੇ 'ਚ ਨਹੀਂ ਲੈਣਾ ਚਾਹੀਦਾ। ਸ਼ਬਦ ਬਹੁਤ ਜ਼ਰੂਰੀ ਹਨ, ਇਸ ਲਈ ਸਾਨੂੰ ਹਮੇਸ਼ਾ ਸਵਰਗ ਦੇ ਲੋਕਾਂ ਦੀ ਬੋਲੀ ਜਾਣ ਵਾਲੀ ਭਾਸ਼ਾ ਤੇ ਧਿਆਨ ਦੇਣਾ ਚਾਹੀਦਾ ਹੈ। ਪਰਮੇਸ਼ਵਰ ਨੇ ਸਾਨੂੰ ਕੀ ਕਰਨ ਨੂੰ ਕਿਹਾ? ਸਿਰਫ ਇਸ ਗੱਲ ਉੱਤੇ ਕਮੰਡ ਕਰਨ ਦੀ ਬਜਾਏ ਕਿ ਅਸੀਂ ਪਰਮੇਸ਼ਵਰ ਦੀ ਸੰਤਾਨ ਹਾਂ, ਸਾਨੂੰ ਆਪਣੇ ਆਪ ਨੂੰ ਕਿਸ ਨਾਲ ਭਰਨਾ ਚਾਹੀਦਾ ਹੈ? ਸਾਨੂੰ ਆਪਣੇ ਆਪ ਨੂੰ ਵਿਸ਼ਵਾਸ ਦੇ ਤੇਲ ਨਾਲ ਭਰਨਾ ਚਾਹੀਦਾ ਹੈ। ਸਾਨੂੰ ਆਪਣੇ ਆਪ ਨੂੰ ਅਜਿਹੀਆਂ ਚੀਜ਼ਾਂ ਨਾਲ ਭਰਨਾ ਚਾਹੀਦਾ ਹੈ ਜੋ ਸਾਨੂੰ ਸਵਰਗ ਦੇ ਲੋਕਾਂ ਦੇ ਰੂਪ ਵਿੱਚ ਯੋਗ ਬਣਾਉਂਦੀਆਂ ਹਨ। ਸਾਡੇ ਬਾਰੇ ਗੱਲ ਕਰਨ ਵੇਲੇ ਲੋਕਾਂ ਨੂੰ ਕਹਿਣਾ ਚਾਹੀਦਾ ਹੈ ਉਹ ਅਲੱਗ ਹਨ, ਉਹ ਸੰਸਾਰ ਦੇ ਲੋਕਾਂ ਵਾਂਗੂ ਨਹੀਂ ਹਨ। ਉਹ ਇੰਨੇ ਚਮਕਦਾਰ ਕਿਵੇਂ ਹੋ ਸਕਦੇ ਹਨ? ਕਿ ਉਹ ਬਹੁਤ ਚਮਕਦਾਰ ਨਹੀਂ? ਸਾਡੇ ਆਲੇ ਦੁਆਲੇ ਦੇ ਲੋਕਾਂ ਨੂੰ ਸਾਡੇ ਬਾਰੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਦੇਣੀਆਂ ਚਾਹੀਦੀਆਂ ਹਨ, ਕਿਉਂਕਿ ਸਾਨੂੰ ਪਰਮੇਸ਼ਵਰ ਸਿਖਾ ਰਹੇ ਹਨ। ਇਸ ਲਈ ਅਸੀਂ ਪਰਮੇਸ਼ਵਰ ਦੇ ਵਚਨਾਂ ਨੂੰ ਸਦੀਪਕ ਜੀਵਨ ਮੰਨ ਕੇ ਮਹੱਤਵ ਦਿੰਦੇ ਹਾਂ। ਫਿਰ ਕਿ ਸਾਨੂੰ ਉਹਨਾਂ ਸ਼ਬਦਾਂ ਨੂੰ ਠੀਕ ਉਸੇ ਤਰ੍ਹਾਂ ਨਹੀਂ ਬੋਲਣਾ ਚਾਹੀਦਾ ਜਿਸ ਤਰ੍ਹਾਂ ਅਸੀਂ ਪਿਤਾ ਅਤੇ ਮਾਤਾ ਜੀ ਤੋਂ ਸਿੱਖੇ ਹਨ। ਅਮਰੀਕਾ ਵਿੱਚ ਬੱਚੇ ਵੀ ਚੰਗੀ ਤਰ੍ਹਾਂ ਅੰਗਰੇਜ਼ੀ ਬੋਲ ਲੈਂਦੇ ਹਨ। ਅਜਿਹਾ ਕਿਉਂ ਹੈ? ਮਿਡਲ ਸਕੂਲ ਤੋਂ ਲੈ ਕੇ ਹਾਈ ਸਕੂਲ ਅਤੇ ਇੱਥੋਂ ਤੱਕ ਕਿ ਕਾਲਜ ਵਿੱਚ 1 ਦਸ਼ਕ ਤੋਂ ਅੰਗਰੇਜ਼ੀ ਪੜ੍ਹਨ ਤੇ ਵੀ ਅਸੀਂ ਚੰਗੀ ਤਰ੍ਹਾਂ ਅੰਗਰੇਜ਼ੀ ਬੋਲਣ ਵਿੱਚ ਅਸਮਰਥੀ ਹਾਂ। ਪਰ ਅਮਰੀਕਨ ਬੱਚੇ ਕਿਵੇਂ ਚੰਗੀ ਤਰ੍ਹਾਂ ਅੰਗਰੇਜ਼ੀ ਬੋਲ ਸਕਦੇ ਹਨ? ਅਜਿਹਾ ਕਿਉਂ ਹੈ? ਉਹ ਉਹਨਾਂ ਸ਼ਬਦਾਂ ਦਾ ਹਰ ਦਿਨ ਉਪਯੋਗ ਕਰਦੇ ਹਨ ਜੋ ਉਹਨਾਂ ਨੇ ਆਪਣੇ ਪਿਤਾ ਮਾਤਾ ਤੋਂ ਸਿੱਖੇ ਸੀ। ਕਿਉਂਕਿ ਅਸੀਂ ਅਮਰੀਕਾ ਤੋਂ ਦੂਰ ਰਹਿੰਦੇ ਹਾਂ ਕਿ ਸਾਡੇ ਕੋਲ ਅੰਗਰੇਜ਼ੀ ਬੋਲਣ ਦੇ ਬਹੁਤ ਮੌਕੇ ਹੁੰਦੇ ਹਨ, ਅਸੀਂ ਇਸ ਨੂੰ ਅਕਸਰ ਨਹੀਂ ਬੋਲਦੇ। ਇਸ ਲਈ ਅਸੀਂ ਇਸ ਗੱਲ ਤੋਂ ਨਿਰਾਸ਼ ਹੁੰਦੇ ਹਾਂ ਕਿ 1 ਦਸ਼ਕ ਤੋਂ ਅੰਗਰੇਜ਼ੀ ਸਿੱਖਣ ਤੇ ਵੀ ਅਸੀਂ ਇਸ ਨੂੰ ਨਹੀਂ ਬੋਲ ਸਕਦੇ। ਸਾਡੀ ਸਵਰਗੀ ਭਾਸ਼ਾ ਨਾਲ ਵੀ ਅਜਿਹਾ ਹੀ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਹਰ ਦਿਨ ਪਰਮੇਸ਼ਵਰ ਦੇ ਦਿੱਤੇ ਹੋਏ ਸ਼ਬਦਾਂ ਨੂੰ ਬੋਲ ਕੇ ਪਰਮੇਸ਼ਵਰ ਦੀ ਮਰਜ਼ੀ ਉੱਤੇ ਚੱਲੀਏ। ਆਓ ਅਸੀਂ ਅਫਸੀਆਂ ਅਧਿਆਇ 4 ਉੱਤੇ ਇੱਕ ਨਜ਼ਰ ਪਾਈਏ। ਆਓ ਅਸੀਂ ਅਧਿਆਇ 4 ਵਚਨ 26 ਉੱਤੇ ਦੇਖੀਏ। ਤੁਸੀਂ ਗੁੱਸੇ ਤਾਂ ਹੋਵੋ ਪਰ ਪਾਪ ਨਾ ਕਰੋ। ਸੂਰਜ ਤੁਹਾਡੇ ਕ੍ਰੋਧ ਉੱਤੇ ਨਾ ਡੁੱਬ ਜਾਵੇ ਅਤੇ ਨਾ ਸ਼ੈਤਾਨ ਨੂੰ ਥਾਂ ਦਿਓ। ਚੋਰੀ ਕਰਨ ਵਾਲਾ ਅਗਾਂਹ ਨੂੰ ਚੋਰੀ ਨਾ ਕਰੇ, ਸਗੋਂ ਆਪਣੇ ਹੱਥੀਂ ਮਿਹਨਤ ਕਰਕੇ ਭਲਾ ਕੰਮ ਕਰੇ, ਬਈ ਜਿਹਨੂੰ ਲੋੜ ਹੈ ਉਹਨੂੰ ਵੰਡ ਦੇਣ ਲਈ ਕੁਝ ਉਹਦੇ ਕੋਲ ਹੋਵੇ। ਸਾਡੇ ਮੂੰਹੋਂ ਕੀ ਨਾ ਨਿਕਲੇ, ਕੋਈ ਗੰਦੀ ਗੱਲ ਤੁਹਾਡੇ ਮੂੰਹੋਂ ਨਾ ਨਿਕਲੇ। ਕੀ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਗੰਦੀ ਗੱਲ ਨਹੀਂ ਕਰਨੀ ਚਾਹੀਦੀ? ਇਹ ਉਹ ਹੁਕਮ ਹੈ ਜੋ ਪਰਮੇਸ਼ਵਰ ਨੇ ਸਾਨੂੰ ਦਿੱਤਾ ਹੈ। ਯੀਸ਼ੂ ਨੇ ਕਿਹਾ, ਪਰਮੇਸ਼ਵਰ ਦਾ ਵਚਨ ਸਦੀਪਕ ਜੀਵਨ ਹੈ। ਸਾਨੂੰ ਵੀ ਇਸ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਜਿੰਨਾ ਜਲਦੀ ਹੋ ਸਕੇ ਸਵਰਗੀ ਭਾਸ਼ਾ ਨੂੰ ਸਿੱਖਣ ਵਿੱਚ ਸਮਰਥੀ ਹੋਣ ਲਈ ਸਾਨੂੰ ਪਿਤਾ ਅਤੇ ਮਾਤਾ ਜੀ ਦੇ ਵਚਨਾਂ ਨੂੰ ਸਿਮਰਦੇ ਰਹਿਣਾ ਚਾਹੀਦਾ ਹੈ। ਅੰਗਰੇਜ਼ੀ ਬੋਲਣ ਵਾਲੇ ਦੇਸ਼ਾਂ ਵਿੱਚ ਇੱਥੋਂ ਤੱਕ ਕਿ ਛੋਟੇ ਬੱਚੇ ਵੀ ਬਹੁਤ ਚੰਗੀ ਤਰ੍ਹਾਂ ਅੰਗਰੇਜ਼ੀ ਬੋਲ ਲੈਂਦੇ ਹਨ, ਕਿਉਂਕਿ ਉਹ ਆਪਣੇ ਮਾਂ-ਪਿਓ ਦੀਆਂ ਕਹੀਆਂ ਹੋਈਆਂ ਗੱਲਾਂ ਨੂੰ ਦੁਹਰਾਉਂਦੇ ਰਹਿੰਦੇ ਹਨ। ਉਹ ਉਹਨਾਂ ਉੱਤੇ ਸਿਮਰਨ ਕਰਦੇ ਹਨ। ਇਸੇ ਤਰ੍ਹਾਂ ਸਾਨੂੰ ਚਾਹੀਦਾ ਹੈ ਕਿ ਸਵਰਗੀ ਭਾਸ਼ਾ ਸਿੱਖਣ ਲਈ ਪਿਤਾ ਅਤੇ ਮਾਤਾ ਜੀ ਦੇ ਵਚਨਾਂ ਦਾ ਹਰ ਰੋਜ਼ ਅਭਿਆਸ ਕਰੀਏ। 10-20 ਸਾਲ ਤੋਂ ਪਰਮੇਸ਼ਵਰ ਦੇ ਵਚਨਾਂ ਨੂੰ ਸਿੱਖਣ ਤੇ ਵੀ ਜੇਕਰ ਤੁਹਾਨੂੰ ਸਵਰਗੀ ਭਾਸ਼ਾ ਬੋਲਣ ਵਿੱਚ ਜਾਂ ਫਿਰ ਇਸ ਨੂੰ ਅਮਲ ਵਿੱਚ ਲਿਆਉਣ 'ਚ ਤਕਲੀਫ ਹੁੰਦੀ ਹੈ ਤਾਂ ਹਰ ਦਿਨ ਪਰਮੇਸ਼ਵਰ ਦੀਆਂ ਸਾਰੀਆਂ ਸਿੱਖਿਆਵਾਂ ਤੇ ਵਿਚਾਰ ਨਾ ਕਰਨ ਜਾਂ ਇਹਨਾਂ ਦਾ ਅਧਿਐਨ ਨਾ ਕਰਨ ਦਾ ਨਤੀਜਾ ਹੈ। ਆਓ ਅਸੀਂ ਅਫਸੀਆਂ ਅਧਿਆਇ 4 ਵਚਨ 29 ਵਿੱਚ ਪਰਮੇਸ਼ਵਰ ਦੇ ਵਚਨਾਂ ਨੂੰ ਇੱਕ ਹੋਰ ਵਾਰ ਦੇਖੀਏ। ਕੋਈ ਗੰਦੀ ਗੱਲ ਤੁਹਾਡੇ ਮੂੰਹੋਂ ਨਾ ਨਿਕਲੇ, ਸਗੋਂ ਜਿਵੇਂ ਲੋੜ ਪਵੇ ਉਹ ਗੱਲ ਨਿਕਲੇ ਜਿਹੜੀ ਹੋਰਨਾਂ ਦੀ ਉੱਨਤੀ ਲਈ ਚੰਗੀ ਹੋਵੇ। ਭਾਈ ਸੁਣਨ ਵਾਲਿਆਂ ਉੱਤੇ ਕਿਰਪਾ ਹੋਵੇ ਅਤੇ ਪਰਮੇਸ਼ਵਰ ਦੇ ਪਵਿੱਤਰ ਆਤਮਾ ਨੂੰ ਜਿਹਦੇ ਨਾਲ ਨਿਸਤਾਰੇ ਦੇ ਦਿਨ ਤੱਕ ਤੁਹਾਡੇ ਉੱਤੇ ਮੋਹਰ ਲੱਗੀ ਹੋਈ ਹੈ ਉਦਾਸ ਨਾ ਕਰੋ। ਸਭ ਕੁੜਤਨ, ਕ੍ਰੋਧ, ਰੋਲਾ ਅਤੇ ਦੁਰਬਚਨ, ਸਾਰੀ ਬੁਰਾਈ ਸਣੇ ਤੋਂ ਹੱਥੋਂ ਕੀ ਦੂਰ ਹੋਵੇ। ਸਾਨੂੰ ਸਭ ਬੁਰਾਈ ਤੋਂ ਦੂਰ ਹੋਣਾ ਚਾਹੀਦਾ ਹੈ ਕਿਉਂਕਿ ਸਵਰਗ ਜਾਣ ਦਾ ਦਿਨ ਨੇੜੇ ਹੈ। ਅਤੇ ਤੁਸੀਂ ਇੱਕ ਦੂਏ ਉੱਤੇ ਕਿਰਪਾਵਾਨ ਅਤੇ ਤਰਸਵਾਨ ਹੋਵੋ ਅਤੇ ਇੱਕ ਦੂਏ ਨੂੰ ਮਾਫ ਕਰੋ
ਜਿਵੇਂ ਪਰਮੇਸ਼ਵਰ ਨੇ ਵੀ ਮਸੀਹ ਯੀਸ਼ੂ ਵਿੱਚ ਤੁਹਾਨੂੰ ਮਾਫ ਕੀਤਾ। ਸਾਨੂੰ ਕਿਸ ਦੀ ਪਾਲਣਾ ਕਰਨੀ ਚਾਹੀਦੀ ਹੈ? ਆਓ ਅਸੀਂ ਅਧਿਆਇ 5 ਵਚਨ 1 ਪੜ੍ਹਨਾ ਜਾਰੀ ਰੱਖੀਏ। ਸੋ ਤੁਸੀਂ ਪਿਆਰਿਆਂ ਪੁੱਤਰਾਂ ਵਾਂਗੂ ਕਿਸ ਦੀ ਰੀਸ ਕਰਨੀ ਚਾਹੀਦੀ ਹੈ? ਹਾਂਜੀ, ਇਹ ਸਹੀ ਹੈ। ਸਾਡਾ ਸਵਰਗੀ ਭਾਸ਼ਾ ਸਿੱਖਣ ਦਾ ਕਾਰਨ ਇਹ ਹੈ ਕਿ ਅਸੀਂ ਪਰਮੇਸ਼ਵਰ ਦੀ ਰੀਸ ਕਰਨਾ ਚਾਹੁੰਦੇ ਹਾਂ। ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਸਵਰਗ ਦਾ ਰਾਜ ਨੇੜੇ ਹੈ, ਪਰ ਸਾਨੂੰ ਕੁਝ ਵੀ ਤਿਆਰ ਕੀਤੇ ਬਿਨਾਂ ਸਿਰਫ ਮਸ਼ਾਲਾ ਫੜੀ ਉਡੀਕ ਨਹੀਂ ਕਰਨੀ ਚਾਹੀਦੀ। ਕੀ ਸਾਨੂੰ ਧਰਤੀ ਉੱਤੇ ਪਾਪੀਆਂ ਦੇ ਰੂਪ ਵਿੱਚ ਅਸਲ ਵਿੱਚ ਪ੍ਰਾਇਸ਼ਚਿਤ ਕਰਕੇ ਆਪਣੇ ਘਰ ਵਾਪਸ ਨਹੀਂ ਜਾਣਾ ਚਾਹੀਦਾ? ਆਓ ਅਸੀਂ ਯਾਕੂਬ ਅਧਿਆਇ 1 ਵਚਨ 26 ਦੇਖੀਏ। ਜੇ ਕੋਈ ਆਪਣੇ ਆਪ ਨੂੰ ਭਗਤੀ ਕਰਨ ਵਾਲਾ ਸਮਝੇ ਅਤੇ ਆਪਣੀ ਜੀਭ ਨੂੰ ਲਗਾਮ ਨਾ ਚਾੜੇ, ਸਗੋਂ ਆਪਣੇ ਹੀ ਦਿਲ ਨੂੰ ਧੋਖਾ ਦੇਵੇ, ਤਾਂ ਉਸ ਮਨੁੱਖ ਦੀ ਭਗਤੀ ਅਵਿਅਰਥੀ ਹੈ। ਆਪਣੀ ਜੀਭ ਨੂੰ ਲਗਾਮ ਚਾੜਨਾ ਦਾ ਮਤਲਬ ਕੀ ਹੈ? ਇਸ ਦਾ ਮਤਲਬ ਹੈ ਸਾਨੂੰ ਸਾਵਧਾਨੀ ਨਾਲ ਗੱਲਾਂ ਕਰਨੀਆਂ ਚਾਹੀਦੀਆਂ ਹਨ। ਇਹ ਕਿਸ ਦੀ ਸਿੱਖਿਆ ਹੈ? ਬਾਈਬਲ ਨੂੰ ਉਹਨਾਂ ਨਬੀਆਂ ਨੇ ਲਿਖਿਆ ਜੋ ਪਰਮੇਸ਼ਵਰ ਦੁਆਰਾ ਉਕਸਾਏ ਗਏ ਸੀ। ਭਾਵੇਂ ਉਹ ਚਿੱਠੀਆਂ ਦੀ ਕਿਤਾਬ ਹੋਵੇ, ਜਾਂ ਭਵਿੱਖ ਬਾਣੀਆਂ ਦੀ ਕਿਤਾਬ ਹੋਵੇ, ਜਾਂ ਇਤਿਹਾਸ ਦੀ ਕਿਤਾਬ ਹੋਵੇ, ਜਾਂ ਫਿਰ ਕਵਿਤਾ ਦੀ ਕਿਤਾਬ ਹੋਵੇ। ਬਾਈਬਲ ਦੀਆਂ ਸਾਰੀਆਂ ਕਿਤਾਬਾਂ ਉਹਨਾਂ ਲੋਕਾਂ ਦੁਆਰਾ ਲਿਖੀਆਂ ਗਈਆਂ ਜੋ ਪਰਮੇਸ਼ਵਰ ਦੁਆਰਾ ਉਕਸਾਏ ਗਏ ਸੀ। ਫਿਰ ਜਦੋਂ ਅਸੀਂ ਪਵਿੱਤਰ ਆਤਮਾ ਦੀ ਸਿੱਖਿਆ ਸੁਣਦੇ ਹਾਂ, ਤਦ ਸਾਨੂੰ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ ਇਹ ਬਸ ਮੇਰੇ ਲਈ ਇੱਕ ਚੰਗਾ ਇਨਸਾਨ ਬਣਨ ਦਾ ਸਬਕ ਹੈ। ਸਾਨੂੰ ਪਸਾ ਅਤੇ ਸਬਤ ਵਰਗੇ ਹੁਕਮਾਂ ਨੂੰ ਪੱਕੇ ਤੌਰ ਤੇ ਮੰਨਣਾ ਚਾਹੀਦਾ ਹੈ। ਪਰ ਜੇਕਰ ਮੈਂ ਮਨੁੱਖ ਨਾਲ ਜੁੜੀਆਂ ਸਿੱਖਿਆਵਾਂ ਨੂੰ ਹਲਕੇ ਚ ਲਵਾਂ, ਤਦ ਸ਼ਾਇਦ ਠੀਕ ਹੋਵੇਗਾ। ਭਰਾਵੋ ਅਤੇ ਭੈਣੋ, ਬਾਈਬਲ ਦੀਆਂ ਪੂਰੀਆਂ 66 ਕਿਤਾਬਾਂ ਵਿੱਚ ਪਰਮੇਸ਼ਵਰ ਦਾ ਅਜਿਹਾ ਇੱਕ ਵੀ ਵਚਨ ਨਹੀਂ ਜਿਸ ਨੂੰ ਸਾਨੂੰ ਹਲਕੇ ਚ ਲੈਣਾ ਚਾਹੀਦਾ ਹੈ। ਉਹਨਾਂ ਵਿੱਚੋਂ ਹਰ ਇੱਕ ਵਚਨ ਮਹੱਤਵਪੂਰਨ ਹੈ। ਜਿਸ ਦਿਨ ਅਸੀਂ ਬਦਲ ਕੇ ਆਪਣੇ ਸਦੀਪਕ ਸਵਰਗੀ ਘਰ ਮੁੜਾਂਗੇ, ਉਸ ਦਿਨ ਸਾਨੂੰ ਸਪਸ਼ਟ ਰੂਪ ਨਾਲ ਪਤਾ ਲੱਗੇਗਾ ਕਿ ਪਰਮੇਸ਼ਵਰ ਨੇ ਜੋ ਆਦ ਤੋਂ ਅੰਤ ਨੂੰ ਦੇਖਦੇ ਹਨ ਸਾਨੂੰ ਅਜਿਹੀਆਂ ਗੱਲਾਂ ਕਿਉਂ ਕਹੀਆਂ, ਅਤੇ ਇਹ ਵੀ ਪਤਾ ਲੱਗੇਗਾ ਕਿ ਪਰਮੇਸ਼ਵਰ ਨੇ ਸਾਨੂੰ ਇਸ ਜਾਂ ਉਸ ਤਰੀਕੇ ਨਾਲ ਕੰਮ ਕਰਨ ਅਤੇ ਬੋਲਣ ਲਈ ਕਿਉਂ ਕਿਹਾ ਹੈ। ਆਓ ਅਸੀਂ ਯਾਕੂਬ ਅਧਿਆਇ 3 ਦੇਖੀਏ। ਵਚਨ 2 ਵਿੱਚ ਲਿਖਿਆ ਹੈ, ਇਸ ਲਈ ਜੋ ਅਸੀਂ ਸਭੇ ਬਹੁਤ ਭੁੱਲਣਹਾਰ ਹਾਂ, ਜੇ ਕੋਈ ਬਚਨ ਵਿੱਚ ਨਾ ਭੁੱਲੇ ਤਾਂ ਉਹ ਸਿੱਧ ਪੁਰਸ਼ ਹੈ ਅਤੇ ਸਾਰੀ ਦੇਹ ਨੂੰ ਵੀ ਲਗਾਮ ਦੇ ਸਕਦਾ ਹੈ। ਜੇ ਕੋਈ ਵਚਨ ਵਿੱਚ ਨਾ ਭੁੱਲੇ ਤਾਂ ਉਹ ਸਿੱਧ ਮਨੁੱਖ ਹੈ। ਸਾਰੇ ਲੋਕੋ, ਕਿਉਂਕਿ ਪਰਮੇਸ਼ਵਰ ਸਿੱਧ ਹੈ, ਇਸ ਲਈ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਲਿਖਿਆ ਹੈ, ਸਿੱਧ ਬਣੋ। ਜਦੋਂ ਅਸੀਂ ਸ਼ਬਦ ਸਿੱਧ ਉੱਤੇ ਵਿਚਾਰ ਕਰਦੇ ਹਾਂ, ਤਦ ਸਿੱਧ ਬਣਨ ਲਈ ਸਾਡਾ ਪਹਿਲਾ ਕਦਮ ਕੀ ਹੋਣਾ ਚਾਹੀਦਾ ਹੈ? ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੀ ਜੀਭ ਤੇ ਲਗਾਮ ਦੇਈਏ ਅਤੇ ਇਹ ਫੈਸਲਾ ਕਰੋ ਕਿ ਕੁਝ ਗੱਲਾਂ ਕਹਿਣ ਯੋਗ ਹਨ ਜਾਂ ਨਹੀਂ। ਇੱਕ ਵਾਰ ਸਾਡੇ ਮੂੰਹੋਂ ਕੋਈ ਸ਼ਬਦ ਨਿਕਲਦਾ ਹੈ, ਫਿਰ ਉਹ ਕੀ ਬਣ ਜਾਂਦਾ ਹੈ? ਉਹ ਉਸੇ ਪਲ ਤੋਂ ਇੱਕ ਬੀਜ ਦੇ ਰੂਪ ਵਿੱਚ ਵਧਣਾ ਸ਼ੁਰੂ ਹੁੰਦਾ ਹੈ। ਜੇਕਰ ਸਾਡੇ ਮੂੰਹੋਂ ਕੁਝ ਬੁਰਾਈ ਨਿਕਲੇ, ਤਦ ਉਹ ਇੱਕ ਬੁਰੇ ਰੁੱਖ ਵਿੱਚ ਬਦਲ ਜਾਵੇਗੀ, ਅਤੇ ਜੇਕਰ ਸਾਡੇ ਮੂੰਹੋਂ ਕੁਝ ਚੰਗਾ ਨਿਕਲੇ, ਤਦ ਉਹ ਇੱਕ ਚੰਗੇ ਰੁੱਖ ਵਿੱਚ ਵਿਕਸਿਤ ਹੋਵੇਗੀ। ਅੱਜ ਆਓ ਅਸੀਂ ਮਨ ਵਿੱਚ ਇਸ ਗੱਲ ਨੂੰ ਰੱਖੀਏ ਕਿ ਦੋ ਭਾਸ਼ਾਵਾਂ ਹਨ, ਸਵਰਗ ਦੀ ਭਾਸ਼ਾ ਅਤੇ ਨਰਕ ਦੀ ਭਾਸ਼ਾ, ਅਤੇ ਆਓ ਅਸੀਂ ਸੋਚੀਏ ਸਾਡੇ ਮੂੰਹੋਂ ਕਿਸ ਤਰ੍ਹਾਂ ਦੇ ਬੀਜ ਨਿਕਲਣੇ ਚਾਹੀਦੇ ਹਨ ਤਾਂ ਜੋ ਪੂਰੀ ਦੁਨੀਆ ਪਰਮੇਸ਼ਵਰ ਦੇ ਰਾਜ ਵਿੱਚ ਬਦਲ ਜਾਵੇ। ਮੈਨੂੰ ਆਸ ਹੈ ਕਿ ਇਸ ਸਮੇਂ ਤੋਂ ਅਸੀਂ ਇਹਨਾਂ ਵਚਨਾਂ ਉੱਤੇ ਧਿਆਨ ਦਿਆਂਗੇ। ਆਓ ਅਸੀਂ ਦੂਜਾ ਕੁਰਿੰਥੀ ਅਧਿਆਇ 9 ਵਚਨ 6 ਵਿੱਚ ਪਰਮੇਸ਼ਵਰ ਦੇ ਵਚਨ ਦੇਖੀਏ। ਪਰ ਗੱਲ ਇਹ ਹੈ, ਭਾਈ ਜਿਹੜਾ ਘੱਟ ਬੀਜਦਾ ਹੈ ਉਹ ਘੱਟ ਵੱਢੇਗਾ, ਅਤੇ ਜਿਹੜਾ ਖੁੱਲੇ ਦਿਲ ਬੀਜਦਾ ਹੈ ਉਹ ਖੁੱਲੇ ਦਿਲ ਵੱਢੇਗਾ। ਹਰੇਕ ਜਿਵੇਂ ਉਹਨੇ ਦਿਲ ਵਿੱਚ ਧਾਰਿਆ ਹੈ ਤਿਵੇਂ ਕਰੇ। ਧਰਤੀ ਉੱਤੇ ਬਹੁਤ ਲੋਕ ਸ਼ਬਦਾਂ ਦੇ ਬੀਜ ਰਹੇ ਹਨ। ਕੁਝ ਲੋਕ ਉਹਨਾਂ ਬੀਜਾਂ ਨੂੰ ਬੀਜ ਰਹੇ ਹਨ ਜੋ ਪਰਮੇਸ਼ਵਰ ਦੇ ਵਚਨ ਹਨ, ਜਦਕਿ ਹੋਰ ਉਹਨਾਂ ਬੀਜਾਂ ਨੂੰ ਬੀਜ ਰਹੇ ਹਨ ਜਿਨ੍ਹਾਂ ਵਿੱਚ ਸੰਸਾਰਿਕ ਤੱਤ ਹੈ। ਕਿਉਂਕਿ ਅੱਜ ਅਸੀਂ ਜੋ ਸ਼ਬਦ ਬੋਲਦੇ ਹਾਂ ਉਹ ਬੀਜ ਹੈ। ਇਸ ਲਈ ਅੱਜ ਆਓ ਅਸੀਂ ਧਿਆਨ ਨਾਲ ਸੋਚੀਏ ਕਿ ਸਾਨੂੰ ਪੂਰੀ ਦੁਨੀਆ ਵਿੱਚ ਕਿਸ ਤਰ੍ਹਾਂ ਦੇ ਬੀਜ ਬੀਜਣੇ ਚਾਹੀਦੇ ਹਨ। ਕੀ ਤੁਸੀਂ ਨਹੀਂ ਜਾਣਦੇ ਕਿ ਮੂਸਾ ਆਪਣੀ ਬੋਲੀ ਹੋਈ ਗੱਲ ਕਰਕੇ ਕਨਾਨ ਵਿੱਚ ਪ੍ਰਵੇਸ਼ ਨਹੀਂ ਕਰ ਸਕਿਆ ਸੀ? ਗਿਣਤੀ ਅਧਿਆਇ 20 ਵਿੱਚ ਪਰਮੇਸ਼ਵਰ ਦਾ ਫੈਸਲਾ ਇਹੀ ਸੀ। ਉਸਨੇ ਇਜ਼ਰਾਈਲੀਆਂ ਨੂੰ ਮਿਸਰ ਤੋਂ ਕੱਢ ਕੇ 40 ਸਾਲ ਤੱਕ ਪੂਰੇ ਜੰਗਲ ਤੋਂ ਦੁੱਧ ਅਤੇ ਦਾਖਰਸ ਦੇ ਦੇਸ਼ ਕਨਾਨ ਵੱਲ ਅਗਵਾਈ ਕਰਨ ਲਈ ਕਿੰਨੀ ਸਖਤ ਮਿਹਨਤ ਕੀਤੀ ਸੀ। ਮੂਸਾ ਨੇ ਪਰਮੇਸ਼ਵਰ ਦਾ ਆਦਰ ਕੀਤਾ ਸੀ, ਪਰ ਉਸਦੇ ਕਨਾਨ ਵਿੱਚ ਪ੍ਰਵੇਸ਼ ਨਾ ਕਰਨ ਦਾ ਮੁੱਖ ਕਾਰਨ ਉਸਦੀ ਕਹੀ ਹੋਈ ਗੱਲ ਸੀ। ਉਹ ਇੱਕ ਹੀ ਵਾਰ ਸੀ
ਜਦੋਂ ਮੂਸਾ ਨੇ ਕੁਝ ਗਲਤ ਕਿਹਾ। ਆਓ ਅਸੀਂ ਗਿਣਤੀ ਅਧਿਆਇ 20 ਦੇਖੀਏ। 오늘 ਅੱਜ ਦੇ ਉਪਦੇਸ਼ ਤੋਂ ਅਸੀਂ ਇਹ ਸਿੱਖਿਆ ਹੈ ਕਿ ਸਾਨੂੰ ਪਰਮੇਸ਼ਰ ਨੂੰ ਹਮੇਸ਼ਾ ਧੰਨਵਾਦ ਅਤੇ ਵਡਿਆਈ ਦੇਣੀ ਚਾਹੀਦੀ ਹੈ 구원받게 ਅਤੇ ਪਰਮੇਸ਼ਰ ਦੀ ਕਿਰਪਾ ਵਿੱਚ ਜਿਨ੍ਹਾਂ ਨੇ ਸਾਡੀ ਮੁਕਤੀ ਕੀਤੀ ਹੈ ਖੁਸ਼ ਰਹਿਣਾ ਚਾਹੀਦਾ ਹੈ। 20장 ਆਓ ਅਸੀਂ ਅਧਿਆਇ 20 ਵਚਨ 10 ਦੇਖੀਏ। ਅਤੇ ਮੂਸਾ ਔਰ ਹਾਰੂਨ ਨੇ ਸਭਾ ਨੂੰ ਉਸ ਡਿੱਗ ਦੇ ਅੱਗੇ ਇਕੱਠਾ ਕੀਤਾ 모세가 ਅਤੇ ਉਸਨੇ ਉਹਨਾਂ ਨੂੰ ਆਖਿਆ, ਸੁਣੋ ਤੁਸੀਂ ਝਗੜਾਲੂਓ, ਕੀ ਅਸੀਂ ਤੁਹਾਡੇ ਲਈ ਇਸ ਡਿੱਗ ਤੋਂ ਪਾਣੀ ਕੱਢੀਏ? 물을 내려 하고 ਪਰਮੇਸ਼ਵਰ ਨੇ ਕਿਹਾ, ਪਥਰੇਲੀ ਡਿੱਗ ਉੱਤੇ ਮਾਰ ਅਤੇ ਉਸ ਵਿੱਚੋਂ ਪਾਣੀ ਨਿਕਲੇਗਾ। ਉਹ ਪਰਮੇਸ਼ਵਰ ਸੀ ਜਿਨ੍ਹਾਂ ਨੇ ਡਿੱਗ ਵਿੱਚੋਂ ਪਾਣੀ ਕੱਢਿਆ ਸੀ। ਪਰ ਕੁਝ ਪਲ ਤੱਕ ਮੂਸਾ ਆਪਣੀ ਜੀਭ ਨੂੰ ਸੰਭਾਲ ਨਾ ਸਕਿਆ ਤੇ ਕਿਹਾ, ਸੁਣੋ ਤੁਸੀਂ ਝਗੜਾਲੂਓ, ਕਿ ਅਸੀਂ ਤੁਹਾਡੇ ਲਈ ਇਸ ਡਿੱਗ ਤੋਂ ਪਾਣੀ ਕੱਢੀਏ। ਵਚਨ 11। ਫਿਰ ਮੂਸਾ ਨੇ ਆਪਣਾ ਹੱਥ ਚੁੱਕ ਕੇ ਉਸ ਡਿੱਗ ਨੂੰ ਆਪਣੇ ਡਾਂਗੇ ਨਾਲ 2 ਵਾਰ ਮਾਰਿਆ ਤਾਂ ਬਹੁਤ ਪਾਣੀ ਨਿਕਲ ਆਇਆ। ਫਿਰ ਮੰਡਲੀ ਅਤੇ ਉਹਨਾਂ ਦੇ ਪਸ਼ੂਆਂ ਨੇ ਪੀਤਾ। ਉਪਰੰਤ ਯਹੋਵਾ ਨੇ ਮੂਸਾ ਤੇ ਹਾਰੂਨ ਨੂੰ ਆਖਿਆ, ਇਸ ਲਈ ਕਿ ਤੁਸੀਂ ਮੇਰੀ ਪ੍ਰਤੀਤ ਨਾ ਕੀਤੀ ਕਿ ਇਜ਼ਰਾਈਲ ਦੀਆਂ ਅੱਖਾਂ ਵਿੱਚ ਮੈਨੂੰ ਪਵਿੱਤਰ ਠਹਿਰਾਉਂਦੇ। ਹੁਣ ਤੁਸੀਂ ਇਸ ਸਭਾ ਨੂੰ ਉਸ ਧਰਤੀ ਵਿੱਚ ਜਿਹੜੀ ਮੈਂ ਉਹਨਾਂ ਨੂੰ ਦਿੱਤੀ ਨਹੀਂ ਲੈ ਜਾਓਗੇ। 이스라엘 ਇਹ ਮਰੀਬਾ ਦਾ ਪਾਣੀ ਹੈ 다투었으므로 ਕਿਉਂ ਜੋ ਇਜ਼ਰਾਈਲੀਆਂ ਨੇ ਯਹੋਵਾ ਨਾਲ ਝਗੜਾ ਕੀਤਾ, 여호와께서 ਸੋ ਉਹ ਉਹਨਾਂ ਦੇ ਵਿੱਚ ਪਵਿੱਤਰ ਗਿਆ। 빼앗고 있습니다. 자, 그렇게 ਮੂਸਾ ਨੇ ਸਖਤ ਮਿਹਨਤ ਕੀਤੀ ਸੀ ਪਰ ਉਸਨੇ ਆਪਣੇ ਮੂੰਹੋਂ ਗਲਤੀ ਕੀਤੀ। 못해서 그 말이라 ਕਦੀ ਕਦੀ 그냥 ਗੁੱਸੇ ਨਾਲ ਅਸੀਂ 하는 어떤 마음 ਭਾਵਨਾ ਵਿੱਚ ਬੋਲਦੇ ਹਾਂ 어떤 ਅਤੇ ਕਦੀ ਕਦੀ ਅਜਿਹੇ ਸ਼ਬਦ ਬੋਲਦੇ ਹਾਂ 또 감정의 ਜੋ ਤਰਕਹੀਨ 내뱉을 수 ਅਤੇ ਬੇਹੂਦਾ ਹਨ। 그러나 그 모든 ਪਰ ਹਰੇਕ ਸ਼ਬਦ ਕੀ ਬਣਦਾ ਹੈ? 전부 ਹਰੇਕ ਸ਼ਬਦ ਬੀਜ ਬਣਦਾ ਹੈ। 하늘나라의 ਹੁਣ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਦਾ ਦਿਨ ਹੋਰ ਵੀ ਨੇੜੇ ਆ ਰਿਹਾ ਹੈ। 속에 우리가 지금 살아가고 있습니다. ਸਾਨੂੰ ਚਾਹੀਦਾ ਹੈ ਕਿ ਅਸੀਂ ਪਿਤਾ ਜੀ ਨੂੰ ਅਜਿਹਾ ਕਹਿੰਦੇ ਸੁਣੀਏ, ਮੈਂ ਤੁਹਾਨੂੰ ਹਰ ਦਿਨ ਪਰਮੇਸ਼ਵਰ ਦੀ ਵਡਿਆਈ ਕਰਦੇ ਦੇਖਦਾ ਸੀ। 우리 성경 60 ਬਾਈਬਲ ਦੀਆਂ 66 ਕਿਤਾਬਾਂ ਵਿੱਚ ਪਰਮੇਸ਼ਵਰ ਦੀ ਵਡਿਆਈ ਹਰ ਦਿਨ ਕਿਸ ਨੇ ਕੀਤੀ ਸੀ? 다윗 보면 ਜਬੂਰਾਂ ਦੀ ਪੋਥੀ ਦੀ ਕਿਤਾਬ ਵਿੱਚ ਅਧਿਆਇ 1 ਤੋਂ ਅਸੀਂ ਦਾਊਦ ਨੂੰ ਹਰ ਦਿਨ ਪਰਮੇਸ਼ਵਰ ਦੀ ਵਡਿਆਈ ਕਰਦੇ ਹੋਏ ਦੇਖ ਸਕਦੇ ਹਾਂ। 하나님 ਸਿਰਫ ਪਰਮੇਸ਼ਵਰ ਮੇਰਾ ਗੜ ਅਤੇ ਮੇਰੀ ਢਾਲ ਹੈ। ਉਹ ਸੰਕਟ ਵੇਲੇ ਵੀ ਮੇਰਾ ਉੱਚਾ ਗੜ ਹੈ। 어두운 길을 ਜਦੋਂ ਮੈਂ ਹਨੇਰੇ ਵਿੱਚ ਚੱਲ ਰਿਹਾ ਹੁੰਦਾ 등불이 되어 ਤਦ ਪਰਮੇਸ਼ਵਰ ਮੇਰਾ ਦੀਪਕ ਅਤੇ ਜੋਤੀ ਹੈ। ਉਹ ਮੇਰੇ ਆਜੜੀ ਹਨ ਜੋ ਸੰਕਟ ਤੋਂ ਮੇਰੀ ਰੱਖਿਆ ਕਰਦੇ ਹਨ ਅਤੇ ਉਹ ਮੇਰਾ ਗੜ ਹੈ। ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਦਾਊਦ ਹਰ ਦਿਨ ਪਰਮੇਸ਼ਵਰ ਦੀ ਵਡਿਆਈ, ਧੰਨਵਾਦ 다윗이 ਅਤੇ ਸਤੂਤੀ ਕਰਦਾ ਸੀ। ਇਸ ਲਈ ਪਰਮੇਸ਼ਵਰ ਨੇ ਕਿਹਾ, ਉਹ ਅਜਿਹਾ ਮਨੁੱਖ ਹੈ ਜੋ ਮੇਰੇ ਮਨ ਦੇ ਅਨੁਸਾਰ ਮਿਲ ਗਿਆ ਹੈ। ਉਹ ਅਜਿਹਾ ਮਨੁੱਖ ਹੈ ਜੋ ਮੇਰੇ ਮਨ ਦੇ ਅਨੁਸਾਰ ਮਿਲ ਗਿਆ ਹੈ। ਉਹੀ ਗੱਲ ਕਰੋ ਜੋ ਵਿਸ਼ਵਾਸ ਦੇ ਜੀਵਨ ਵਿੱਚ ਉન્નਤੀ ਲਈ ਚੰਗੀ ਹੋਵੇ। ਪਰਮੇਸ਼ਵਰ ਨੇ ਇਹ ਵਚਨ ਸਾਨੂੰ ਅਫਸੀਆਂ ਅਧਿਆਇ 4 ਵਿੱਚ ਦਿੱਤੇ ਹਨ। ਯਾਕੂਬ ਅਧਿਆਇ 1 ਵਿੱਚ ਪਰਮੇਸ਼ਵਰ ਨੇ ਕਿਹਾ ਕਿ ਸਾਨੂੰ ਆਪਣੀ ਜੀਭ ਉੱਤੇ ਲਗਾਮ ਚੜਾਉਣੀ ਚਾਹੀਦੀ ਹੈ। ਯਾਕੂਬ ਅਧਿਆਇ 3 ਵਿੱਚ ਪਰਮੇਸ਼ਵਰ ਨੇ ਇਹ ਵੀ ਕਿਹਾ, ਅਸੀਂ ਸਭ ਬਹੁਤ ਭੁੱਲਣਹਾਰ ਹਾਂ। 사람이라고 말할 ਜੇ ਕੋਈ ਬਚਨ ਵਿੱਚ ਨਾ ਭੁੱਲੇ ਤਾਂ ਉਹ ਸਿੱਧ ਪੁਰਸ਼ ਹੈ। ਅਤੇ ਦੂਜਾ ਕੁਰਿੰਥੀ ਅਧਿਆਇ 9 ਵਿੱਚ ਪਰਮੇਸ਼ਵਰ ਨੇ ਕਿਹਾ, ਮਨੁੱਖ ਜੋ ਕੁਝ ਬੀਜਦਾ ਹੈ ਉਹੀ ਵੱਢੇਗਾ। ਭਾਈ ਜਿਹੜਾ ਘੱਟ ਬੀਜਦਾ ਹੈ ਉਹ ਘੱਟ ਵੱਢੇਗਾ ਅਤੇ ਜਿਹੜਾ ਖੁੱਲੇ ਦਿਲ ਬੀਜਦਾ ਹੈ ਉਹ ਖੁੱਲੇ ਦਿਲ ਵੱਢੇਗਾ। ਇਸ ਧਰਤੀ ਉੱਤੇ ਰਹਿੰਦੇ ਸਮੇਂ ਕਿ ਸਾਨੂੰ ਸਵਰਗੀ ਭਾਸ਼ਾ ਬੋਲਣ ਦੀ ਆਦਤ ਨਹੀਂ ਪਾਉਣੀ ਚਾਹੀਦੀ। 모세와 ਕਨਾਨ ਵਿੱਚ ਪ੍ਰਵੇਸ਼ ਕਰਨ ਵਿੱਚ ਮੂਸਾ ਤੇ ਹਾਰੂਨ ਦੀ ਅਸਫਲਤਾ ਦਾ ਸਭ ਤੋਂ ਵੱਡਾ ਕਾਰਨ ਗੁੱਸੇ ਵਿੱਚ ਬੋਲਣਾ ਸੀ। ਉਹ ਇਜ਼ਰਾਈਲੀਆਂ ਨਾਲ ਝਗੜਾ ਕਰਕੇ ਇੰਨੇ ਗੁੱਸੇ ਹੋ ਗਏ 너무 격 ਕਿ ਉਹ ਆਪਣੀਆਂ ਭਾਵਨਾਵਾਂ ਨੂੰ ਕਾਬੂ ਕਰਨ ਵਿੱਚ ਅਸਫਲ ਰਹੇ। 내뱉 ਪਰਮੇਸ਼ਵਰ ਉਹਨਾਂ ਦੀ ਕਹੀ ਹੋਈ ਗੱਲਾਂ ਸੁਣ ਕੇ 하나님 ਬਹੁਤ ਦੁਖੀ ਹੋਏ ਸੀ। 참 안타깝게 얘기하셨습니다. ਕਿਰਪਾ ਕਰਕੇ ਧਿਆਨ ਰੱਖੋ ਕਿ ਸ਼ਬਦ ਸ਼ਕਤੀਸ਼ਾਲੀ ਰੂਪ ਨਾਲ 할수 있기도 하고 ਪ੍ਰਭਾਵ ਪਾ ਸਕਦੇ ਹਨ 아주 굉장히 ਅਤੇ ਇਸ ਗੱਲ ਉੱਤੇ ਵੀ ਪ੍ਰਭਾਵ ਪਾ ਸਕਦੇ ਹਨ ਕਿ ਅਸੀਂ ਕਨਾਨ ਵਿੱਚ ਪ੍ਰਵੇਸ਼ ਕਰ ਸਕਦੇ ਹਾਂ ਜਾਂ ਨਹੀਂ। 누가복음 ਆਓ ਅਸੀਂ ਲੂਕਾ ਅਧਿਆਇ 23 ਵਚਨ 39 ਦੇਖੀਏ। 같이 보시겠습니다. ਉਹਨਾਂ ਬੁਰਿਆਰਾਂ ਵਿੱਚੋਂ ਜਿਹੜੇ ਟੰਗੇ ਹੋਏ ਸਨ, ਇੱਕ ਨੇ ਕਹਿ ਕੇ ਉਸ ਨੂੰ ਮਿਹਣਾ ਮਾਰਿਆ, ਇੱਥੇ ਉਹ ਯੀਸ਼ੂ ਦੀ ਨਿੰਦਾ ਕਰ ਰਿਹਾ ਹੈ। 자, 이 행한 ਇਸ ਬੁਰਿਆਰੇ ਨੇ ਠੀਕ ਜਿਵੇਂ ਭੀੜ ਨੇ ਕੀਤਾ ਸੀ ਯੀਸ਼ੂ ਦੀ ਨਿੰਦਾ ਕੀਤੀ, ਕਿਉਂਕਿ ਉਸ ਨੂੰ ਲੱਗਿਆ ਜੇਕਰ ਉਹ ਭੀੜ ਦਾ ਪੱਖ ਲੈ ਕੇ ਯੀਸ਼ੂ ਦਾ ਅਪਮਾਨ ਕਰੇ ਤਦ ਇਸ ਤੋਂ ਕੁਝ ਹੱਦ ਤੱਕ ਉਸ ਦਾ ਲਾਭ ਹੋਵੇਗਾ। 비방과 똑같은 얘기로서 예수님을 공격했습니다. 달린 행한 ਉਹਨਾਂ ਬੁਰਿਆਰਾਂ ਵਿੱਚੋਂ ਜਿਹੜੇ ਟੰਗੇ ਹੋਏ ਸਨ, ਇੱਕ ਨੇ ਕਹਿ ਕੇ ਉਸ ਨੂੰ ਮਿਹਣਾ ਮਾਰਿਆ ਕਿ ਭਲਾ ਤੂੰ ਮਸੀਹ ਨਹੀਂ ਹੈ ਤਾਂ ਆਪਣੇ ਆਪ ਨੂੰ ਅਤੇ ਸਾਨੂੰ ਵੀ ਬਚਾ। ਪਰ ਦੂਏ ਨੇ ਸੱਜੇ ਹੱਥ ਵਾਲੇ ਡਾਕੂ ਅੱਗੋਂ ਉਸ ਨੂੰ ਝਿੜਕ ਕੇ ਆਖਿਆ ਕਿ ਤੂੰ ਆਪ ਇਸੇ ਕਸ਼ਟ ਵਿੱਚ ਪਿਆ ਹੋਇਆ ਪਰਮੇਸ਼ਰ ਕੋਲੋਂ ਨਹੀਂ ਡਰਦਾ। ਅਸੀਂ ਤਾਂ ਨਿਆਂ ਨਾਲ ਆਪਣੀ ਕਰਨੀ ਦਾ ਫਲ ਭੋਗਦੇ ਹਾਂ। ਅਸੀਂ ਤਾਂ ਨਿਆਂ ਨਾਲ ਆਪਣੀ ਕਰਨੀ ਦਾ ਫਲ ਭੋਗਦੇ ਹਾਂ,
ਪਰ ਉਹਨੇ ਕੋਈ ਔਗੁਣ ਨਹੀਂ ਕੀਤਾ 이 ਅਤੇ ਉਹਨੇ ਆਖਿਆ, ਹੇ ਯੀਸ਼ੂ, 없나니라 하고 ਜਾਂ ਤੂੰ ਆਪਣੇ ਰਾਜ ਵਿੱਚ ਆਵੇਂ 당신의 나라에 ਤਾਂ ਮੈਨੂੰ ਚੇਤੇ ਕਰੀ। 나를 생각하소서. 자기 ਪੂਰੇ ਮਨੁੱਖ ਇਤਿਹਾਸ ਵਿੱਚ 인류 역사 ਇਸ ਡਾਕੂ ਨਾਲੋਂ ਬਿਹਤਰ ਕਿਸੇ ਨੇ ਵੀ ਨਹੀਂ ਕਿਹਾ ਹੈ। ਨਰਕ ਜਾਣ ਲਈ ਨਿਯੁਕਤ ਹੋ ਕੇ ਵੀ ਆਪਣੀ ਇੱਕ ਗੱਲ ਤੋਂ ਇਹ ਡਾਕੂ ਸਵਰਗ ਜਾਣ ਵਿੱਚ ਸਮਰਥੀ ਹੋਇਆ ਕਿ ਦੁਨੀਆ ਵਿੱਚ ਕੋਈ ਅਜਿਹਾ ਹੈ ਜਿਸ ਨੂੰ ਇਸ ਆਦਮੀ ਦੇ ਵਾਂਗੂ ਇੰਨਾ ਵੱਡਾ ਆਸ਼ੀਰਵਾਦ ਅਤੇ ਖੁਸ਼ਕਿਸਮਤੀ ਮਿਲੀ ਹੋਵੇ। 예수 ਫਿਰ ਉਸਨੇ ਕਿਹਾ, ਹੇ ਯੀਸ਼ੂ, ਜਾਂ ਤੂੰ ਆਪਣੇ ਰਾਜ ਵਿੱਚ ਆਵੇਂ ਤਾਂ ਮੈਨੂੰ ਚੇਤੇ ਕਰੀ। ਵਚਨ 43, ਉਸਨੇ ਉਹਨੂੰ ਆਖਿਆ, ਮੈਂ ਤੈਨੂੰ ਸੱਚ ਆਖਦਾ ਹਾਂ, ਭਾਈ ਅੱਜ ਤੂੰ ਮੇਰੇ ਸੰਗ ਸੁਰਗ ਵਿੱਚ ਹੋਵੇਂਗਾ। 보내 있으리라 하시니라고 했습니다. 이 강도가 ਕੀ ਉਸ ਡਾਕੂ ਨੇ ਕਦੀ ਸਬਤ ਜਾਂ ਫਸਾ ਮਨਾਇਆ ਸੀ? 지켰습니까? 하나님께서 ਪਰਮੇਸ਼ਵਰ ਨੇ ਉਸ ਸਮੇਂ ਇੱਕ ਵਿਸ਼ੇਸ਼ ਕਾਨੂੰਨ ਲਾਗੂ ਕੀਤਾ। 역대급 ਮੇਰਾ ਮੰਨਣਾ ਹੈ ਕਿ ਇੱਕ ਆਦਮੀ ਜਿਸ ਨੇ ਕਿਸੇ ਦੀ ਤੁਲਨਾ ਵਿੱਚ 아름다운 ਸਭ ਤੋਂ ਕਿਰਪਾਪੂਰਨ ਅਤੇ ਸੋਹਣੇ ਸ਼ਬਦ ਬੋਲੇ, ਉਹ ਯੀਸ਼ੂ ਦੇ ਸੱਜੇ ਪਾਸੇ ਵਾਲਾ ਡਾਕੂ ਸੀ। 하는 생각이 듭니다. 과거 3500 ਸਾਲ ਪਹਿਲਾਂ ਮੂਸਾ ਦੇ ਸਮੇਂ ਵਿੱਚ 책과 꿀이 흐르는 ਦੁੱਧ ਅਤੇ ਦਾਖਰਸ ਦੇ ਦੇਸ਼ ਕਨਾਨ ਦਾ ਭੇਤ ਲੈ ਕੇ ਵਾਪਸ ਆਉਣ ਤੋਂ ਬਾਅਦ 또말 잘하는 ਕਿਸੇ ਨੇ ਚੰਗੀ ਗੱਲ ਕਹੀ ਸੀ। 여호수아 ਇਹ ਸਿਰਫ ਯਹੋਸ਼ੂਆ ਤੇ ਕਾਲਬ ਦੋ ਲੋਕ ਸੀ। 나머지 사람 ਬਾਕੀ ਦੇ ਲੋਕ ਡਰ ਨਾਲ ਕੰਬ ਉੱਠੇ ਸੀ। 겁만 먹었습니다. 그러나 ਹਾਲਾਂਕਿ ਯਹੋਸ਼ੂਆ ਤੇ ਕਾਲਬ ਨੇ ਪਹਿਲਾਂ ਪਰਮੇਸ਼ਵਰ ਦੇ ਵਾਅਦੇ ਉੱਤੇ ਵਿਸ਼ਵਾਸ ਕੀਤਾ। 항상 우리가 ਵਿਸ਼ਵਾਸ ਦੇ ਜੀਵਨ ਵਿੱਚ ਕਿਸੇ ਵੀ ਹਾਲਾਤਾਂ ਵਿੱਚ ਸਾਡੇ ਦੁਆਰਾ ਝੇਲੀਆਂ ਜਾਣ ਵਾਲੀਆਂ ਮੁਸ਼ਕਲਾਂ ਦੇ ਬਾਵਜੂਦ ਵੀ ਸਾਨੂੰ ਸਭ ਤੋਂ ਪਹਿਲਾਂ ਕਿਸ ਦੇ ਬਾਰੇ ਸੋਚਣਾ ਚਾਹੀਦਾ ਹੈ? 먼저 생각해야 됩니까? ਸਾਨੂੰ ਚਾਹੀਦਾ ਹੈ ਕਿ ਅਸੀਂ ਹਮੇਸ਼ਾ ਸਭ ਤੋਂ ਪਹਿਲਾਂ ਪਰਮੇਸ਼ਵਰ ਬਾਰੇ ਸੋਚੀਏ। 하나님이시면 ਪਰਮੇਸ਼ਵਰ ਵਿੱਚ ਧਰਤੀ ਦੀ ਸ੍ਰਿਸ਼ਟੀ ਕਰਨ ਦੀ ਸ਼ਕਤੀ, ਇੱਥੋਂ ਤੱਕ ਕਿ ਇਸ ਨੂੰ ਨਸ਼ਟ ਕਰਨ ਦੀ ਵੀ ਸ਼ਕਤੀ ਹੈ। ਸਾਡੇ ਪਰਮੇਸ਼ਵਰ ਵਿੱਚ ਜਿੰਨਾ ਤੇ ਅਸੀਂ ਵਿਸ਼ਵਾਸ ਕਰਦੇ ਹਾਂ, ਅਜਿਹੀ ਮਹਾਨ ਸ਼ਕਤੀ ਹੈ। 우리가 믿고 ਇਸ ਲਈ ਪਰਮੇਸ਼ਵਰ ਲਈ ਯਰੀਹੋ 저 여리고 ਸ਼ਹਿਰ ਕੁਝ ਵੀ ਨਹੀਂ। 쉽게 생각 ਸਾਨੂੰ ਚਾਹੀਦਾ ਹੈ ਕਿ ਅਸੀਂ ਹਰ ਮੁਸ਼ਕਲਾਂ ਦਾ ਇਸ ਤਰ੍ਹਾਂ ਸਾਹਮਣਾ ਕਰੀਏ। ਭਾਵੇਂ ਸਾਡੇ ਵਿੱਚ ਅਜਿਹੀ ਸ਼ਕਤੀ ਨਹੀਂ ਹੈ, ਸਾਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਪਰਮੇਸ਼ਵਰ ਲਈ ਕੁਝ ਵੀ ਅਸੰਭਵ ਨਹੀਂ। 여호수아 ਯਹੋਸ਼ੂਆ ਤੇ ਕਾਲਬ ਨੇ ਲੋਕਾਂ ਨਾਲ ਇਸ ਤਰ੍ਹਾਂ ਦੇ ਵਿਸ਼ਵਾਸ ਨਾਲ ਗੱਲ ਕੀਤੀ ਸੀ, 나머지 사람 ਪਰ ਦੂਸਰੇ ਲੋਕਾਂ ਨੇ ਕੀ ਕਿਹਾ? 아예 하나 ਉਹਨਾਂ ਨੇ ਪੂਰੀ ਤਰ੍ਹਾਂ ਪਰਮੇਸ਼ਵਰ ਨੂੰ ਅਣਡਿੱਠਾ ਕੀਤਾ। ਕਨਾਨ ਵਿੱਚ ਜੋ ਦੇਖਿਆ ਸੀ, 자기 ਉਸ ਦੇ ਕਰਕੇ ਉਹ ਆਪਣੇ ਹੀ ਵਿਚਾਰਾਂ ਅਤੇ ਭਾਵਨਾਵਾਂ ਵਿੱਚ ਗੁਆਚ ਗਏ। ਉਹਨਾਂ ਦੀ ਨਜ਼ਰ ਵਿੱਚ ਉਸ ਸ਼ਹਿਰ ਨੂੰ ਜਿੱਤਣਾ ਅਸੰਭਵ ਸੀ। ਇਸ ਲਈ ਉਹਨਾਂ ਕੋਲ ਵਿਸ਼ਵਾਸਹੀਨ ਗੱਲਾਂ ਕਹਿਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਸੀ। ਪਰ ਯਹੋਸ਼ੂਆ ਤੇ ਕਾਲਬ ਅਲੱਗ ਸੀ। 우리 신앙의 ਜੋ ਗੱਲਾਂ ਅਸੀਂ ਆਪਣੇ ਵਿਸ਼ਵਾਸ ਦੇ ਜੀਵਨ ਵਿੱਚ ਕਰਦੇ ਹਾਂ, ਉਹ ਯਹੋਸ਼ੂਆ ਤੇ ਕਾਲਬ ਵਰਗੀਆਂ ਹੋਣੀਆਂ ਚਾਹੀਦੀਆਂ। ਭਾਵੇਂ ਅਸੀਂ ਆਪਣੇ ਵਿਸ਼ਵਾਸ ਦੇ ਜੀਵਨ ਵਿੱਚ ਕੁਝ ਵੀ ਕਹੀਏ, ਸਾਨੂੰ ਹਮੇਸ਼ਾ ਸਭ ਤੋਂ ਪਹਿਲਾਂ ਪਰਮੇਸ਼ਵਰ ਦੇ ਬਾਰੇ ਸੋਚਣਾ ਚਾਹੀਦਾ ਹੈ ਅਤੇ ਫਿਰ ਸਾਨੂੰ ਇਸ ਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਸਾਨੂੰ ਕੀ ਕਹਿਣਾ ਚਾਹੀਦਾ ਹੈ। ਜਦੋਂ ਉਹਨਾਂ ਨੇ ਪਰਮੇਸ਼ਵਰ ਦੀ ਅਣਗਹਿਲੀ ਕੀਤੀ ਅਤੇ ਆਪਣੀ ਕਾਬਲੀਅਤਾਂ ਤੇ ਭਰੋਸਾ ਕਰਦੇ ਹੋਏ ਆਪਣੀ ਯੋਜਨਾ ਨੂੰ ਅੰਜਾਮ ਦਿੱਤਾ, ਇਸ ਲਈ ਯਰੀਹੋ ਸ਼ਹਿਰ ਹਾਰਨ ਵਰਗਾ ਦਿਖਿਆ। ਯਹੋਸ਼ੂਆ ਤੇ ਕਾਲਬ ਨੇ ਸਭ ਤੋਂ ਪਹਿਲਾਂ ਪਰਮੇਸ਼ਵਰ ਦੇ ਬਾਰੇ ਸੋਚਿਆ। 온 우리 ਯਹੋਸ਼ੂਆ ਨੇ ਪੂਰਨ ਰੂਪ ਨਾਲ ਵਿਸ਼ਵਾਸ ਕੀਤਾ ਕਿ ਜਿਵੇਂ ਪਰਮੇਸ਼ਵਰ ਨੇ ਵਾਅਦਾ ਕੀਤਾ ਸੀ, ਉਹ ਉਹਨਾਂ ਨੂੰ ਯਰੀਹੋ ਸ਼ਹਿਰ ਪੱਕਾ ਦੇਣਗੇ, ਕਿਉਂਕਿ ਪਰਮੇਸ਼ਵਰ ਉਹ ਹਨ ਜਿਨ੍ਹਾਂ ਨੇ ਪੂਰੇ ਬ੍ਰਹਮੰਡ ਦੀ ਸ੍ਰਿਸ਼ਟੀ ਕੀਤੀ ਅਤੇ ਜੋ ਮਨੁੱਖ ਜਾਤੀ ਦੇ ਜੀਵਨ ਅਤੇ ਪ੍ਰਾਣ ਉੱਤੇ ਰਾਜ ਕਰਦੇ ਹਨ, ਅਤੇ ਜਿਨ੍ਹਾਂ ਨੇ ਪਹਾੜਾਂ, ਸਮੁੰਦਰਾਂ, ਮੈਦਾਨਾਂ ਅਤੇ ਹਰ ਤਰ੍ਹਾਂ ਦੀਆਂ ਪਸ਼ੂਆਂ ਦੀ ਸ੍ਰਿਸ਼ਟੀ ਕੀਤੀ। ਇਸ ਪੂਰਨ ਵਿਸ਼ਵਾਸ ਨਾਲ ਯਹੋਸ਼ੂਆ ਨੇ ਇੱਕ ਪ੍ਰਸਿੱਧ ਉਦਾਹਰਣ ਛੱਡਿਆ। 뭡니까? ਉਹ ਕੀ ਸੀ? 저들은 우리 ਉਹ ਸਾਡੀ ਰੋਟੀ ਠਹਿਰਨਗੇ। ਇਸ ਦਾ ਮਤਲਬ ਹੈ ਇਹ ਕੁਝ ਵੀ ਨਹੀਂ ਹੈ। ਇਹ ਇੱਕ ਸ਼ਕਤੀਹੀਨ ਸ਼ਹਿਰ ਤੋਂ ਇਲਾਵਾ ਕੁਝ ਵੀ ਨਹੀਂ ਹੈ। 어떤 ਉਹਨਾਂ ਨੇ ਯਰੀਹੋ ਨੂੰ ਕਿਵੇਂ ਦੇਖਿਆ? 하나님께서 ਪਰਮੇਸ਼ਵਰ ਦੇ ਵਾਅਦੇ ਦੇ ਵਿਚਾਰ ਕਰਦੇ ਹੋਏ ਉਹਨਾਂ ਦੀ ਅੱਖਾਂ ਵਿੱਚ ਯਰੀਹੋ ਕੁਝ ਵੀ ਨਹੀਂ ਲੱਗਿਆ। 이런 ਯਹੋਸ਼ੂਆ ਤੇ ਕਾਲਬ ਨੇ ਵਿਸ਼ਵਾਸ ਨਾਲ ਬੋਲਿਆ। 또 칼렙의 말 ਅਤੇ ਨੂਹ ਦੇ ਬਾਰੇ ਕੀ ਕਹੀਏ? 노아 잘 아시지 않습니까? 어땠습니까? 그 엄청난 ਇਸ ਤਰ੍ਹਾਂ ਦੇ ਇੱਕ ਵਿਸ਼ਾਲ ਜਹਾਜ਼ ਦਾ ਨਿਰਮਾਣ ਕਰਨਾ ਕੁਝ ਅਜਿਹਾ ਨਹੀਂ ਸੀ ਜੋ ਉਸ ਸਮੇਂ ਦੇ ਜਹਾਜ਼ ਨਿਰਮਾਣ ਤਕਨੀਕਾਂ ਨਾਲ ਸੌਖੇ ਤਰੀਕੇ ਨਾਲ ਕੀਤਾ ਜਾ ਸਕਦਾ ਸੀ। 노아가 ਇਨ੍ਹਾਂ ਹਾਲਾਤਾਂ ਵਿੱਚ ਨੂਹ ਨੇ ਪਰਮੇਸ਼ਵਰ ਨੂੰ ਸ਼ਿਕਾਇਤ ਕੀਤੀ ਕਿ ਤੁਸੀਂ ਅਜਿਹਾ ਕੋਈ ਵਚਨ ਲੱਭ ਸਕਦੇ ਹੋ? 감사하는 ਨੂਹ ਨੇ ਧੰਨਵਾਦੀ ਮਨ ਨਾਲ ਠੀਕ ਉਹੀ ਕੀਤਾ ਜੋ ਪਰਮੇਸ਼ਵਰ ਨੇ ਕਰਨ ਦਾ ਹੁਕਮ ਦਿੱਤਾ ਸੀ। 오늘 ਭਰਾਵੋ ਅਤੇ ਭੈਣੋ, 우리 하나님께서 ਆਓ ਅਸੀਂ ਸੱਜੇ ਹੱਥ ਵਾਲੇ ਡਾਕੂ 우편에 ਅਤੇ ਨਾਲ ਹੀ ਯਹੋਸ਼ੂਆ ਤੇ ਕਾਲਬ ਵਾਂਗੂ, ਜਿਨ੍ਹਾਂ ਨੇ ਕਿਹਾ 또 ਉਹ ਸਾਡੀ ਰੋਟੀ ਠਹਿਰਨਗੇ, 저들은 우리의 ਸਵਰਗੀ ਭਾਸ਼ਾ ਬੋਲ ਕੇ ਪਰਮੇਸ਼ਵਰ ਦੇ 동식인 이런 말을 ਦਿਲ ਨੂੰ ਛੂਈਏ। 그러니 하나님 ਇਸੇ ਕਰਕੇ ਪਰਮੇਸ਼ਵਰ ਨੇ ਕਿਹਾ, ਯਹੋਸ਼ੂਆ ਤੇ ਕਾਲਬ ਨੂੰ ਛੱਡ ਕਨਾਨ ਵਿੱਚ ਹੋਰ ਕੋਈ ਵੀ ਪ੍ਰਵੇਸ਼ ਨਹੀਂ ਕਰੇਗਾ। ਪਰਮੇਸ਼ਵਰ ਨੇ ਅਤੀਤ ਤੋਂ ਹੀ ਇਹਨਾਂ ਉਦਾਹਰਨਾਂ ਨੂੰ ਕਿਉਂ ਦਿਖਾਇਆ?
오늘 ਇਸ ਪਲ ਤੋਂ ਮੈਂ ਤੁਹਾਨੂੰ ਮੇਰੇ ਵੱਲੋਂ ਕਈਆਂ ਗਈਆਂ ਗੱਲਾਂ ਦੇ ਪ੍ਰਭਾਵ ਅਤੇ ਉਹਨਾਂ ਦੀ ਮਹੱਤਤਾ ਉੱਤੇ ਅਭਿਆਸ ਕਰਨ ਲਈ ਕਹਿੰਦਾ ਹਾਂ, ਕਿਉਂਕਿ ਪਰਮੇਸ਼ਵਰ ਸਾਡੇ ਨਾਲ ਹੈ। ਇਸ ਲਈ ਖੁਸ਼ਖਬਰੀ ਵਿੱਚ ਅਸੀਂ ਜੋ ਵੀ ਕਰਦੇ ਹਾਂ ਉਸ ਦਾ ਨਤੀਜਾ ਕੀ ਹੋਵੇਗਾ? ਸਭ ਕੁਝ ਪੂਰਾ ਹੋਵੇਗਾ। 마태복음 ਮਤੀ ਅਧਿਆਇ 24 ਵਿੱਚ ਕੀ ਕਿਹਾ ਗਿਆ ਹੈ 이 천국 ਅਤੇ ਰਾਜ ਦੀ ਇਸ ਖੁਸ਼ਖਬਰੀ ਦਾ ਕਿੱਥੋਂ ਤੱਕ ਪ੍ਰਚਾਰ ਕੀਤਾ ਜਾਵੇਗਾ? ਸਾਰੀ ਦੁਨੀਆ ਵਿੱਚ ਪ੍ਰਚਾਰ ਕੀਤਾ ਜਾਵੇਗਾ। ਇਹ ਕਿਸ ਨੇ ਕਿਹਾ? 때가 되면 ਪਰਮੇਸ਼ਵਰ ਨੇ ਕਿਹਾ, 속히 이룰 것이다. ਮੈਂ ਯਹੋਵਾ 때가 되면 ਵੇਲੇ ਸਿਰ ਇਹਨੂੰ ਛੇਤੀ ਕਰਾਂਗਾ। 약한 자가 ਨਿੱਕਾ ਜਿਹਾ ਹਜ਼ਾਰ ਹੋ ਜਾਵੇਗਾ 시작은 ਅਤੇ ਛੋਟਾ ਇੱਕ ਬਲਵੰਤ ਕੌਮ। 나중은 어떻게 된다? ਭਾਵੇਂ ਤੇਰਾ ਭਾਗ ਪਹਿਲਾਂ ਛੋਟਾ ਹੀ ਰਿਹਾ ਹੋਵੇ, ਪਰ ਅੰਤ ਵਿੱਚ ਕੀ? ਅੰਤ ਵਿੱਚ ਤੇਰਾ ਬਹੁਤ ਵਾਧਾ ਹੋਵੇਗਾ। ਨਾ ਡਰ, ਮੈਂ ਤੇਰੀ ਮਦਦ ਕਰਾਂਗਾ। 아니, 하나님 ਸਭ ਕੁਝ ਪੂਰਾ ਹੋਵੇਗਾ ਕਿਉਂਕਿ ਪਰਮੇਸ਼ਵਰ ਸਾਡੀ ਮਦਦ ਕਰ ਰਹੇ ਹਨ। 이루어져야 되죠. 어머니께서 ਮਾਤਾ ਜੀ ਨੇ ਵੀ ਕਿਹਾ, ਜਦੋਂ ਤੱਕ ਤੁਸੀਂ ਇਹ ਕਰਦੇ ਹੋ ਤਾਂ ਪੂਰਾ ਹੋਵੇਗਾ। ਜੇਕਰ ਇਹ ਨਹੀਂ ਹੋ ਰਿਹਾ 안 되는 ਤਦ ਅਜਿਹਾ ਇਸ ਲਈ ਹੈ ਕਿਉਂਕਿ ਤੁਸੀਂ ਇਸ ਤਰ੍ਹਾਂ ਨਹੀਂ ਕਰ ਰਹੇ। 것도 주셨기 ਇਸ ਲਈ 우리 주위에 아직까지 ਜੇਕਰ ਕੋਈ ਗੁਆਚੀਆਂ ਹੋਈਆਂ ਆਤਮਾਵਾਂ ਹਨ 또 하나님의 ਜੋ ਪਰਮੇਸ਼ਵਰ ਦੀ ਮਰਜ਼ੀ ਜਾਣੇ ਬਿਨਾ 방황하고 있는 영혼 ਉਦੇਸ਼ਹੀਨ ਹੋ ਕੇ ਭਟਕ ਰਹੀਆਂ ਹਨ, 심령에 또 ਤਦ ਮੈਂ ਤੁਹਾਨੂੰ ਉਹਨਾਂ ਦੇ ਮਨਾਂ ਵਿੱਚ ਪਰਮੇਸ਼ਵਰ ਦਾ ਬੀਜ ਬੀਜਣ ਨੂੰ ਕਹਿੰਦਾ ਹਾਂ। 복되도록 부탁드리겠습니다. 마태복음 ਆਓ ਅਸੀਂ ਇੱਕ ਹੋਰ ਅਧਿਆਇ ਦੇਖੀਏ, ਮਤੀ ਅਧਿਆਇ 24 ਵਚਨ 3। 그러나 ਅਤੇ ਰਾਜ ਦੀ ਇਸ ਖੁਸ਼ਖਬਰੀ ਦਾ ਪ੍ਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ। 민족에게 증거되기 위하여 ਜੋ ਸਭ ਕੌਮਾਂ ਉੱਤੇ ਸਾਖੀ ਹੋਵੇ, 그제야 ਤਦ 끝이 오리라. ਅੰਤ ਆਵੇਗਾ। 하나님께서 ਇਸ ਵਚਨ ਉੱਤੇ ਆਮੀਨ ਕਹਿ ਕੇ 우리는 여기에 ਅਸੀਂ ਦ੍ਰਿੜਤਾ ਨਾਲ ਵਿਸ਼ਵਾਸ ਕਰੀਏ 진실된 ਅਤੇ ਆਪਣੇ ਮਨ ਵਿੱਚ ਪਰਮੇਸ਼ਵਰ ਦੇ ਇਹਨਾਂ ਵਚਨਾਂ ਨੂੰ ਉਕਾਰੀਏ 가운데 새기시고 말씀 ਅਤੇ ਸਾਮਰੀਆ ਤੇ ਧਰਤੀ ਦੇ ਬੰਨੇ ਤੀਕਰ ਪਰਮੇਸ਼ਵਰ ਦੇ ਵਚਨ ਦਾ ਬੀਜ ਫੈਲਾਈਏ। 그런 우리가 되었으면 좋겠습니다. ਮੈਂ ਤੁਹਾਨੂੰ ਸਾਰਿਆਂ ਨੂੰ ਸੰਸਾਰਿਕ ਸ਼ਬਦਾਂ ਦੇ ਬੀਜ ਬੀਜਣ ਦੀ ਬਜਾਏ 하나님 ਪਰਮੇਸ਼ਵਰ ਦੇ ਸ਼ਬਦ ਦਾ ਬੀਜ ਬੀਜਣ ਵਾਲੇ ਪਰਮੇਸ਼ਵਰ ਦੀ ਸੋਹਣੀ ਖੁਸ਼ਖਬਰੀ ਦੇ ਸੇਵਕ ਬਣਨ ਲਈ ਕਹਿਣਾ ਚਾਹੁੰਦਾ ਹਾਂ। ਇਸ ਦੇ ਦੁਆਰਾ ਮੈਂ ਅੱਜ ਦੇ ਉਪਦੇਸ਼ ਨੂੰ ਸਮਾਪਤ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।